आसा महला पहला आप करे सच अलख अपार। हों पापी तू बख्शणहार। तेरा भाना सब किछ होवे। मन हठ कीचै अंत विगोवे। रहाओ मनमुख की मत कूड़ व्यापी। बिन हर सिमरन पाप संतापी। दुर्मत त्याग लाहा किछ लेबो। जो उपजै सो अलख अपेबो। ऐसा हमरा सखा सहाई। गुर हर मिलिया भगत दृढ़ाई। सगली सौदी टोटा आवे। नानक राम नाम मन भावे। वाहिगुरु जी का खालसा वाहिगुरु जी की फतेह। धन धन श्री गुरु नानक देव जी महाराज ने तथा श्री गुरु ग्रंथ साहिब जी समुची बाणी ने दसों गुरु साहिबान ने उन्हां महापुरखां ते भगतां ने इस गल नूं चंगी तरह दृढ़ कर दिता कि परमात्मा एक है और उहदे हुक्म विच सारा संसार चल रहा। जे असी उसके हुक्म विच चलांगे गुरमुख बनांगे। साडा मूँह गुरु वल होवेगा ते जो कुछ गुरु की सिक्ख्या उसनूं सच करके मनांगे। जे असी अपने मन दे पिछे तुरांगे मन हट करांगे मन की प्रेरणा नाल चलांगे फिर असी परमात्मा तो बेमुख हो जाओ। तो सारे शब्द के अंदर गुरु नानक देव जी महाराज ने प्राणी मात्र नूं ये दृढ़ करवाउण दा यतन किया कि तेरा भाना सब किछ होवे। भाने का अर्थ लोकां ने जे कोई मर जाए तो इनू भाना माने, पर भाने का आखिरी अर्थ गुरबाणी के अनुसार हुक्म है जो उसनूं चंगा लगता। ये गल दृढ़ करनी सानू बड़ी औखी लगती। जिहड़ी गल ते साडी मर्जी के मुताबिक हो जाए असी बड़े खुश हो जाए। जिहड़ी गल साडी मर्जी के उल्ट हो जाए असी फिर बड़े कल्पदे। सुखमनी साहिब विच गुरु अर्जन देव जी ने इसनूं बहुत चंगी तरह समझाउण की कृपा की। आख्या बंदे का सुभाव यह है कि 10 वस्तु ले पाछे पावे। परमात्मा दियां दित्तियां हुई 10 चीज़ां नूं ते पिछे पा दिंदा, भुला दिंदा। एक वस्त कारण बिखोट गवावे। एक वस्तु ना मिले या मिली हुई विचों चली जाए तो ये अपनी ईमानदारी खत्म कर लेंदा। उस वेले गिले गुजारियां उलांबे देने शुरू कर देंदा। ये नहीं याद करता कि उस परमात्मा ने मैनू की कुछ दिता। अगंत शाह अपनी दे रास। खात पीत बरतै आनंद उल्लास। अपनी अमान कछ बहुर शाले। अज्ञानी मन रोस करे। इहदे नाल परमात्मा नूं ते कोई फर्क नहीं पैंदा, पर यह जिहड़ा बंदा है अपनी प्रतीत आप ही खोवे। बहुर उसका विश्वास न होवे।
ਦੇਖੋ ਮਾਰਕੀਟ ਵਿੱਚ ਵੀ ਲੋਕ ਲੈਣ ਦੇਣ ਕਰਦੇ ਹਨ, ਜਿਹੜੇ ਲੈ ਕੇ ਸਮੇਂ ਸਿਰ ਦੇ ਦਿੰਦੇ ਹਨ ਉਹਨਾਂ ਨੂੰ ਬੜੇ ਵਿਹਾਰੀ ਬੰਦੇ ਕਿਹਾ ਜਾਂਦਾ, ਔਰ ਉਹਨਾਂ ਨਾਲ ਵਿਹਾਰ ਕਰਦਿਆਂ ਕਿਸੇ ਨੂੰ ਕੋਈ ਝਿਜਕ ਨਹੀਂ ਹੁੰਦੀ। ਪਰ ਜਿਸ ਬੰਦੇ ਦੀ ਰੈਪੂਟੇਸ਼ਨ ਇਹ ਹੋਵੇ ਕਿ ਲੈ ਕੇ ਦਿੰਦਾ ਨਹੀਂ ਜਾਂ ਲੈਂਦਾ ਮੀਆਂ ਮਿੱਠੂ ਬਣ ਕੇ ਤੇ ਦੇਣ ਵੇਲੇ ਚੂੰ ਚੂੰ ਕਰਦਾ, ਉਹਦੀ ਸੋਭਾ ਵਿਗੜ ਜਾਂਦੀ। ਤੋ ਗੱਲ ਕੀ ਗੁਰੂ ਪਾਤਸ਼ਾਹ ਕਹਿੰਦੇ ਨੇ, ਜੇ ਤੁਸੀਂ ਸਹਿਜ ਦੀ ਅਵਸਥਾ ਵਿੱਚ ਰਹਿਣਾ ਚਾਹੁੰਦੇ ਹੋ ਤਾਂ ਇਸ ਗੱਲ ਨੂੰ ਜ਼ਰੂਰ ਦ੍ਰਿੜ ਕਰੋ ਕਿ ਜੋ ਕਿਛ ਹੋਆ ਸੋ ਤੇਰਾ ਭਾਣਾ, ਜੋ ਇਵ ਬੂਝੇ ਸੋ ਸਹਿਜ ਸਮਾਣਾ। ਹੇ ਮਾਲਕ, ਜੋ ਕੁਝ ਹੋਇਆ ਤੇਰਾ ਹੁਕਮ ਹੋਇਆ, ਤੇਰਾ ਭਾਣਾ ਹੋਇਆ। ਭਾਵ ਜੋ ਤੈਨੂੰ ਪਾਇਆ ਉਹੀ ਮੈਨੂੰ ਪਾਉਂਦਾ। ਤੇ ਜਿਹੜਾ ਇਸ ਗੱਲ ਨੂੰ ਕਮਾ ਲੈਂਦਾ, ਭਗਤ ਜੀ ਕਹਿੰਦੇ ਨੇ, ਉਹਨੂੰ ਸਹਿਜ ਅਵਸਥਾ ਮਿਲ ਜਾਂਦੀ। ਜੋ ਕਿਛ ਹੋਆ ਸੋ ਤੇਰਾ ਭਾਣਾ, ਜੋ ਇਵ ਬੂਝੇ ਸੋ ਸਹਿਜ ਸਮਾਣਾ। ਕਿਉਂਕਿ ਆਮ ਤੌਰ ਤੇ ਦੇਖਣ ਵਿੱਚ ਆਉਂਦਾ ਕਿ ਮੈਂ ਤੇ ਤੁਸੀਂ ਸੰਪਤੀ ਨੂੰ ਦੇਖ ਕੇ ਬੜੇ ਖੁਸ਼ ਹੁੰਦੇ, ਤੇ ਜੇ ਸੰਪਤ ਵਿੱਚੋਂ ਕੋਈ ਚਲੀ ਜਾਏ ਫਿਰ ਰੋਣ ਪੈ ਜਾਂਦਾ। ਪਰ ਮਹਾਂਪੁਰਖ ਕਹਿੰਦੇ ਸੰਪੈ ਦੇਖਣਾ ਹਰਖੀਐ, ਬਿਪਤ ਦੇਖਣਾ ਰੋਏ। ਕਦੇ ਸੰਪਤੀ ਨੂੰ ਦੇਖ ਕੇ ਬਹੁਤੇ ਖੁਸ਼ ਨਾ ਹੋਵੋ ਤੇ ਬਿਪਤਾ ਨੂੰ ਦੇਖ ਕੇ ਕਦੇ ਰੋਵੋ ਨਾ। ਉਹਦੀ ਰਜ਼ਾ ਵਿੱਚ ਰਾਜ਼ੀ ਰਹੋ। ਦੇਖੋ ਸਾਨੂੰ ਗੁਰੂ ਸਾਹਿਬ ਨੇ ਪ੍ਰੈਕਟੀਕਲੀ ਆਪਣੇ ਜੀਵਨ ਵਿੱਚ ਸਭ ਕੁਝ ਦਿਖਾਇਆ। ਕਿਤਨੇ ਵੱਡੇ ਤੋਂ ਵੱਡੇ ਕਸ਼ਟ ਵੀ ਆਏ, ਪਰ ਕੀ ਆਖਿਆ, ਤੇਰਾ ਭਾਣਾ ਮੀਠਾ ਲਾਗੇ। ਤੋ ਗੱਲ ਕੀ, ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਜੋ ਸਿੱਖ ਧਰਮ ਦੇ ਮੋਢੀ ਹਨ, ਉਹਨਾਂ ਨੇ ਇਹ ਗੱਲ ਸਾਨੂੰ ਸਮਝਾਉਣ ਦੀ ਕਿਰਪਾ ਕੀਤੀ ਹੈ ਕਿ ਤੇਰਾ ਭਾਣਾ ਸਭ ਕੁਝ ਹੋਵੇ। ਜਿਉਂ ਇਸ ਨੂੰ ਵਿਚਾਰਾਂਗੇ, ਰਿੜਕਾਂਗੇ, ਭਾਣਾ ਕੀ ਹੈ, ਇਸੇ ਨੂੰ ਰਜ਼ਾ ਵੀ ਕਿਹਾ, ਇਸੇ ਨੂੰ ਹੁਕਮ ਵੀ ਕਿਹਾ, ਇਸੇ ਨੂੰ ਆਗਿਆ ਵੀ ਕਿਹਾ। ਇਹਦੇ ਲਈ ਬੜੇ ਸ਼ਬਦ ਵਰਤੇ, ਪਰ ਇਹਨੂੰ ਸਿਰਫ ਸੁਣਨਾ ਜਾਂ ਪੜ੍ਹਨਾ ਨਹੀਂ, ਬਲਕਿ ਇਸ ਨੂੰ ਸਮਝਣਾ ਕਿ ਹੇ ਮਾਲਕ, ਤੂੰ ਸਭ ਤੋਂ ਵੱਡਾ ਹੈ, ਤੂੰ ਸ਼੍ਰੋਮਣੀ ਹੈ, ਔਰ ਇਸ ਸਾਰੇ ਸੰਸਾਰ ਵਿੱਚ ਤੇਰਾ ਹੁਕਮ ਚੱਲ ਰਿਹਾ। ਗੁਰੂ ਨਾਨਕ ਦੇਵ ਜੀ ਨੇ ਜਪਜੀ ਸਾਹਿਬ ਦੀ ਪਹਿਲੀ ਪੌੜੀ ਵਿੱਚ ਕਿਵ ਸਚਿਆਰਾ ਹੋਈਐ, ਕਿਵ ਕੂੜੈ ਟੁੱਟੈ ਪਾਲ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਆਖਿਆ ਧਰੋਂ ਮਰਿਆਦਾ ਲਿਖੀ ਹੋਈ ਹੈ ਕਿ ਉਸ ਰਜ਼ਾ ਦੇ ਮਾਲਕ ਵਾਹਿਗੁਰੂ ਦੇ ਹੁਕਮ ਵਿੱਚ ਚੱਲ। ਤੇ ਜੇ ਸਾਡੇ ਵਰਗੇ ਕਿਸੇ ਨੇ ਪੁੱਛਿਆ ਜੀ ਹੁਕਮ ਕੀ ਹੈ, ਫਿਰ ਅਗਲੀ ਪੌੜੀ ਪੜ੍ਹ ਲਓ। ਹੁਕਮੀ ਹੋਵਨ ਆਕਾਰ, ਹੁਕਮ ਨ ਕਹਿਆ ਜਾਈ। ਹੁਕਮੀ ਹੋਵਨ ਜੀ, ਹੁਕਮ ਮਿਲੈ ਵਡਿਆਈ। ਹੁਕਮੀ ਉਤਮ ਨੀਚ, ਹੁਕਮ ਲਿਖ ਦੁਖ ਸੁਖ ਪਾਈਐ। ਇਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਭਵਾਈਐ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨ ਕੋਏ। ਨਾਨਕ ਹੁਕਮੈ ਜੇ ਬੁਝੈ, ਤਾਂ ਹਉਮੈ ਕਹਿ ਨ ਕੋਏ। ਕਿਉਂਕਿ ਹਉਮੈ ਜਿਹੜੀ ਹੈ ਇਹ ਸਾਨੂੰ ਪਰਮਾਤਮਾ ਨਾਲੋਂ ਨਖੇੜਦੀ। ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਈ। ਤੋ ਗੱਲ ਕੀ, ਜਿਸਨੇ ਭਾਣਾ ਮੰਨ ਲਿਆ ਉਹਦੀ ਤਾਂ ਆਪਣੀ ਹਉਮੈ ਖਤਮ ਹੋ ਗਈ,
आप गवाए सेवा करे, ਤਾਂ ਕਿਛ ਪਾਏ ਮਾਨ। ਨਾਨਕ ਜਿਸਨੂੰ ਲੱਗਾ ਤਿਸ ਮਿਲੈ, ਲੱਗਾ ਤੋ ਪਰਵਾਨ। ਜੇ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਜੀਵਨ ਪੜ੍ਹੀਏ, ਉਹਨਾਂ ਦੀ ਉਚਾਰਨ ਕੀਤੀ ਹੋਈ ਬਾਣੀ ਦੀ ਵਿਚਾਰ ਕਰੀ, ਉਹਨਾਂ ਨੇ ਤਾਂ ਭਾਣਾ ਮੰਨਣ ਦੀ ਸਿਖਰ ਕਰ ਦਿੱਤਾ। ਕਿਉਂਕਿ ਅਸੀਂ ਹੁਣ ਪੜ੍ਹਦੇ ਨਹੀਂ, ਸੁਣਦੇ ਨਹੀਂ, ਜਿਸ ਦੇ ਨਤੀਜੇ ਵਜੋਂ ਸਾਡੀ ਅਗਿਆਨਤਾ ਦਿਨੋਂ ਦਿਨ ਵੱਧਦੀ ਜਾ ਰਹੀ। ਦੇਖੋ ਕਿਸ ਤਰ੍ਹਾਂ ਭਾਣਾ ਮੰਨੇ। ਤੇ ਮੈਂ ਤੇ ਜਦੋਂ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ 300 ਸਾਲਾ ਗੁਰਪੁਰਬ ਖਡੂਰ ਸਾਹਿਬ ਵਿੱਚ ਮਨਾਇਆ ਗਿਆ, ਤੋ ਦਾਸ ਨੂੰ ਉਸ ਵੱਡੇ ਸਮਾਗਮ ਵਿੱਚ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਉਚਾਰਨ ਕੀਤੇ ਹੋਏ 63 ਸ਼ਲੋਕਾਂ ਦੀ ਵਿਚਾਰ ਕਰਨ ਦਾ ਅਵਸਰ ਮਿਲਿਆ। ਫਿਰ ਇੱਕ ਇੱਕ ਸ਼ਲੋਕ ਨੂੰ ਪੜ੍ਹਿਆ, ਉਹਦੀ ਵਿਚਾਰ ਕੀਤੀ ਤੇ ਫਿਰ ਸੰਗਤ ਨੂੰ ਸੁਣਾਈ। ਉਹਦੇ ਵਿੱਚ ਗੁਰੂ ਅੰਗਦ ਦੇਵ ਜੀ ਦਾ ਇੱਕ ਸ਼ਲੋਕ ਹੈ ਕਿ ਭਾਣਾ ਕਿਵੇਂ ਮੰਨਿਆ ਜਾ ਸਕਦਾ। ਭਾਣਾ ਮੰਨਣ ਵਾਲੇ ਸੇਵਕ ਨੂੰ ਕੀ ਕਰਨਾ ਚਾਹੀਦਾ? ਅੱਖੀਂ ਬਾਝੋਂ ਵੇਖਣਾ, ਵਿਣ ਕੰਨਾਂ ਸੁਣਨਾ, ਪੈਰਾਂ ਬਾਝੋਂ ਚੱਲਣਾ, ਵਿਣ ਹੱਥਾਂ ਕਰਨਾ, ਜੀਭੇ ਬਾਝੋਂ ਬੋਲਣਾ, ਇਉਂ ਜੀਵਤ ਮਰਨਾ। ਨਾਨਕ ਹੁਕਮ ਪਛਾਣ ਕੇ ਤੋ ਸਾਹਿਬ ਮਿਲਣਾ। ਤੇਰਾ ਭਾਣਾ ਸਭ ਕੁਝ ਹੋਵੇ। ਕਦੇ ਉਹ ਸਾਖੀਆਂ ਪੜ੍ਹ ਲਈਆਂ ਜਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਭਾਈ ਲਹਿਣਾ ਜੀ ਦੇ ਰੂਪ ਵਿੱਚ ਗੁਰੂ ਅੰਗਦ ਦੇਵ ਜੀ ਦੀ ਪ੍ਰੀਖਿਆ ਲਈ, ਤੇ ਸਾਨੂੰ ਆਪਣੀਆਂ ਕਮਜ਼ੋਰੀਆਂ ਦਾ ਪਤਾ ਲੱਗ ਜਾਏ। ਉਹੀ ਕੰਮ ਗੁਰੂ ਮਹਾਰਾਜ ਨੇ ਆਪਣੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਜੀ ਨੂੰ, ਲਖਮੀ ਦਾਸ ਜੀ ਨੂੰ ਕਿਹਾ। ਕਈ ਲੋਕ ਜਿਹੜੇ ਬਾਬਾ ਸ੍ਰੀ ਚੰਦ ਜੀ ਦੇ ਸ਼ਰਧਾਲੂ ਨੇ, ਉਹ ਇਸ ਗੱਲ ਨੂੰ ਸੁਣ ਕੇ ਅਸਲੀਅਤ ਨੂੰ ਤਾਂ ਸਮਝਦੇ ਨਹੀਂ, ਪਰ ਇਹ ਕਹਿਣਾ ਸ਼ੁਰੂ ਕਰਨ ਲਈ ਤੁਸੀਂ ਬਾਬਾ ਸ੍ਰੀ ਚੰਦ ਜੀ ਦੀ ਨਿੰਦਿਆ ਕਰਦੇ ਹੋ। ਨਾ ਭਾਈ, ਸਾਡੇ ਲਈ ਤਾਂ ਉਹ ਪੂਜਨੀਕ ਨੇ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦੇ ਸਾਹਿਬਜ਼ਾਦੇ। ਪਰ ਜਿਹੜੀ ਇਤਿਹਾਸਕ ਸੱਚਾਈ ਆ ਉਹਨੂੰ ਕਿਵੇਂ ਭੁਲਾ ਦੀ? ਉਹੀ ਕੰਮ ਬਾਬਾ ਨਾਨਕ ਜੀ ਬਾਬਾ ਸ੍ਰੀ ਚੰਦ ਜੀ ਨੂੰ ਕਹਿੰਦੇ ਨੇ, ਬਾਬਾ ਲਖਮੀ ਦਾਸ ਜੀ ਨੂੰ ਕਹਿੰਦੇ ਨੇ। ਉਹਦੇ ਤੇ ਕਿੰਤੂ ਪਰੰਤੂ ਕਰਦੇ, ਪਰ ਉਹੀ ਕੰਮ ਭਾਈ ਲਹਿਣਾ ਜੀ ਨੂੰ ਕਹਿੰਦੇ ਨੇ, ਤੇ ਉਹ ਸਤ ਬਚਨ ਕਰਕੇ ਮਰਨ। ਗੱਲ ਕੀ ਭਾਣਾ ਮੰਨਣ ਦੀ ਗੱਲ ਗੁਰੂ ਮਹਾਰਾਜ ਨੇ ਆਪਣੇ ਜੀਵਨ ਵਿੱਚ ਕਰਕੇ ਦਿਖਾਈ। ਉਹਨਾਂ ਸਾਖੀਆਂ ਵਿੱਚੋਂ ਕਈ ਸਾਖੀਆਂ ਤੁਸੀਂ ਸੁਣੀਆਂ ਹੋਣਗੀਆਂ ਕਿ ਸੰਗਤ ਬਹੁਤ ਆਈ ਤੇ ਕੁਦਰਤੀ ਬਰਖਾ ਦਾ ਰੰਗ ਬਣ ਗਿਆ ਤੇ ਝੜੀ ਲੱਗ ਗਈ। 2-3 ਦਿਨ 4 ਦਿਨ ਮੀਂਹ ਪੈਂਦਾ ਰਿਹਾ। ਹਰ ਮਕਾਨ ਦੀ ਛੱਤ ਚੋਣ ਲੱਗ ਪਈ। ਜਿੱਥੇ ਲੰਗਰ ਬਣਦਾ ਉੱਥੇ ਵੀ ਜਗ੍ਹਾ ਨਹੀਂ ਰਹੀ। ਬਾਲਣ ਵੀ ਸਾਰਾ ਗਿੱਲਾ ਹੋ ਗਿਆ। ਲੰਗਰ ਤਿਆਰ ਨਹੀਂ ਹੋ ਸਕਿਆ। ਸੰਗਤ ਭੁੱਖ ਨਾਲ ਵਿਆਕੁਲ। तो गुरु नानक पातशाह जी ने बाबा श्री चंद जी ਨੂੰ ਕਿਹਾ, ਬੇਟਾ ਸੰਗਤ ਭੁੱਖ ਨਾਲ ਵਿਆਕੁਲ ਹੋ ਗਈ, ਤੇ ਆਉਂ ਕਰੋ ਆ ਜਿਹੜੇ ਸਾਹਮਣੇ ਦਰਖਤ ਨੇ ਇਹਨਾਂ ਤੇ ਚੜ੍ਹ ਕੇ ਇਹਨਾਂ ਨੂੰ ਤੁਸੀਂ ਹਲੂਣਾ ਦਿਓ। ਮਠਿਆਈਆਂ ਡਿੱਗਣਗੀਆਂ, ਫਲ ਡਿੱਗਣਗੇ, ਸੰਗਤ ਖਾ ਲੇਗੀ, ਭੁੱਖ ਮਿਟ ਜਾਏ। ਬਾਬਾ ਸ਼੍ਰੀ ਚੰਦ ਜੀ ਨੇ ਕਿਹਾ, ਪਿਤਾ ਜੀ ਕਿਹੋ ਜਿਹੀ ਗੱਲ ਕਰਦੇ? ਕਦੇ ਦਰਖਤਾਂ ਨਾਲੋਂ ਮਠਿਆਈਆਂ ਝੜੀਆਂ ਨੇ? ਲੋਕ ਕੀ ਕਹਿਣਗੇ? ਮੇਰਾ ਕਹਿਣ ਦਾ ਮਤਲਬ ਇਹ ਸਾਖੀ ਕੋਈ ਮਨ ਘੜਤ ਨਹੀਂ ਮੰਨੇ।
ਉਹੀ ਗੱਲ ਭਾਈ ਲਹਿਣਾ ਜੀ ਨੂੰ ਕਹੀ, ਉੱਠ ਕੇ ਤੁਰ ਪਏ। ਹੁਣ ਬਾਬਾ ਸ੍ਰੀ ਚੰਦ ਜੀ ਲਖਮੀ ਦਾਸ ਜੀ ਆਵਾਜ਼ ਮਾਰ ਕੇ ਕਹਿੰਦੇ, ਲੈਣਿਆ ਤੂੰ ਆਪਣੇ ਦਿਮਾਗ ਨਾਲ ਤੇ ਸੋਚ, ਕਦੇ ਦਰਖਤਾਂ ਨਾਲੋਂ ਮਠਿਆਈਆਂ ਝੜੀਆਂ ਨੇ? ਤੇ ਪਾਵਨ ਲਹਿਣਾ ਜੀ ਨੇ ਜੋ ਜਵਾਬ ਦਿੱਤਾ, ਉਹ ਸਾਨੂੰ ਸਾਰਿਆਂ ਨੂੰ ਆਪਣੇ ਹਿਰਦੇ ਵਿੱਚ ਵਿਚਾਰਨਾ ਚਾਹੀਦਾ। ਆਖਿਆ, ਬਾਬਾ ਸ੍ਰੀ ਚੰਦ ਜੀ, ਮੈਨੂੰ ਮਠਿਆਈਆਂ ਨਾਲ ਕੋਈ ਵਾਸਤਾ ਨਹੀਂ, ਮੈਨੂੰ ਤੇ ਵਾਸਤਾ ਹੈ ਹੁਕਮ ਮੰਨਣ। ਮੈਂ ਤੇ ਹੁਕਮ ਮੰਨਣਾ, ਕਿਉਂਕਿ ਗੁਰਮਤਿ ਦਾ ਸਿਧਾਂਤ ਹੈ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ। तो गुरु नानक पातशाह जी फरमाते ने, तेरा पहना सब किछ होवे, मन हट कीचै अंत विगोवे। मन हट का मतलब है अपने मन की मर्जी कर, हुक्म ना मन। नतीजा की निकलेगा? अंत विगोवे। अंत के तत्ते नूं सियारी अखीर विच वो बंदा पछतावेगा, हुक्म ना मनन करके टुट जाए। इसी तरह हुण महाराज भी आख्या करते हैं, आप करे सच अलख अपार। वो परमात्मा जो अलख है, जो अपार है, वो आप ही सब कुछ कर रहे। हाँ पापी तू बख्शणहार, पर मैं क्योंकि उसनूं मनदा नहीं इस गल, इसलिए मैं पापी बन गया। पर हे वाहिगुरु, तू फिर भी बड़ा बख्शिंदा। मैनू ये समझ आ गई है कि गुनाहगार मैं हाँ, दोषी मैं हाँ, क्योंकि मैं तुहाडी इस गल नूं मन्निया नहीं। आप करे सच अलख अपार, हों पापी तू बख्शणहार। तेरा पहना सब किछ होवे, मन हट कीचै अंत विगोवे। जिहड़ा मन हट करे, मैं करा तुसी करो, कोई करो। अज साडी हालत ये क्यों है? असी सारे हुक्म मनण वाले पासों इनकारी हाँ, अपनी मनमर्जी चलाउणी चाहुंदे। मैं कहना, जे अज भी गुरु घरां दे अंदर, सिख संगत के अंदर, वो जिहड़ा पंज परवान वाला सिद्धांत है, उन्होंने साडे लीडर मनना शुरू कर दें, सब मसले हल हो जाए। पर नहीं, अपनी अपनी डफरी ते अपना अपना राग चल रहे हैं। इसका नतीजा तो फिर पछताना ही पवेगा। अगले शब्द की पंक्ति पढ़ो, मनमुख की मत कूड़ व्यापी। जिहड़ा अपने मन के पिछे तुरन वाला, उहदी मत, उहदी बुद्धि, उहदी सोच कूड़ व्यापी। कूड़ दे राड़े नूं सियारी, कूड़ विच फसी हुई। झूठ बोल के, मन हट करके, सारियां नूं चुप करा के ये डंडे नाल काम चलाउणा चाहुंदा। महाराज कहते ने, मनमुख की मत कूड़ व्यापी, बिन हर सिमरन पाप संतापी। बिना वाहिगुरू दी सिमरन तो, याद तो, ਉਹਦੇ हुक्म नूं मनण तो बिना पाप संतापी। पाप दे पप्पे नूं सैरी है, पाप करन विच लग गई, गलत काम करन विच लग गई। ते फिर संतापी का मतलब दुखी होती, क्योंकि बाणी विच लिखिया, कीता पाइए अपना सा काल बुरी क्यों काली है। मंदा मूल न की चई, दे लम्मी नजर निहाली है। ज्यों साहिब नाल न हारी है, ते वेहा पासा टाली है। किछ लाहे उपर काली है, पर हो की रहा। मनमुख की मत कूड़ व्यापी, बिन हर सिमरन
पाप संतापी। वागुरु दे हुक्म तो भुल के, ਉਹਦੇ ਸਿਮਰਨ ਤੋਂ ਭੁੱਲ ਕੇ ਗਲਤ ਕੰਮ ਕਰੀ ਜਾਂਦੇ ਤੇ ਨਤੀਜਾ ਫਿਰ ਸੰਤਾਪੀ ਦੁਖੀ ਹੁੰਦਾ। ਤੀਜੇ ਪਦ ਵਿੱਚ ਮਹਾਰਾਜ ਕਹਿੰਦੇ ਮੇਰੀ ਸਲਾਹ ਮੰਨੋ, ਦੁਰਮਤ ਤਿਆਗ ਲਾਹਾ ਕਿਛ ਲੇਵੋ। ਪਿਆਰਿਓ, ਖੋਟੀ ਮਤ ਦਾ ਤਿਆਗ ਕਰੋ, ਆਪਣੀ ਮਰਜ਼ੀ ਦੀਆਂ ਗੱਲਾਂ ਛੱਡ ਦਿਓ, ਗੁਰਮਤ ਦੇ ਧਾਰਨੀ ਹੋਵੋ ਤੇ ਲਾਹਾ ਕਿਛ ਲਿਓ। ਮੈਂ ਤੇ ਜਦੋਂ ਗੁਰੂ ਰਾਮਦਾਸ ਜੀ ਦਾ ਇਹ ਬਚਨ ਪੜ੍ਹਦਾ, ਆਪਣੇ ਜੀਵਨ ਵਿੱਚ ਹੱਥ ਮਾਰਦਾ ਤੇ ਫਿਰ ਮਹਾਰਾਜ ਅੱਗੇ ਅਰਦਾਸ ਕਰਦਾ, ਸੱਚੇ ਪਾਤਸ਼ਾਹ ਮਿਹਰ ਕਰੋ। ਗੁਰ ਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹਿ ਸੋਈ ਭਰ ਮਾਨੋ, ਹਰ ਹਰ ਕਥਾ ਨਿਰਾਲੀ। ਆਖਿਆ ਜੇ ਜੀਵਨ ਨੂੰ ਸਫਲ ਬਣਾਉਣਾ ਤੇ ਗੁਰੂ ਦੀ ਦੱਸੀ ਚਾਲ ਤੇ ਜਾਓ। ਬੜੀ ਨਿਮਰਤਾ ਨਾਲ ਸਾਰੇ ਆਗੂਆਂ ਨੂੰ, ਸਾਰੇ ਲੀਡਰਾਂ ਨੂੰ, ਸਾਰੇ ਧਾਰਮਿਕ ਜਥੇਦਾਰਾਂ ਨੂੰ ਬੇਨਤੀ ਹੈ। ਬੇਨਤੀ ਤੇ ਕੀਤੀ ਜਾ ਸਕਦੀ ਹੈ, ਹੁਕਮ ਨਹੀਂ ਮੈਂ ਕਰਦਾ। ਦੇਖੋ ਬਾਣੀ ਕੀ ਕਹਿ ਰਹੀ, ਦੁਰਮਤ ਤਿਆਗ ਲਾਹਾ ਕਿਛ ਲੇਵੋ, ਜੋ ਉਪਜੈ ਸੋ ਅਲਖ ਅਭੇਵੋ। ਇਹ ਗੱਲ ਦ੍ਰਿੜ ਕਰ ਲਓ ਕਿ ਜੋ ਵੀ ਪੈਦਾ ਹੋਇਆ ਸੋ ਅਲਖ ਅਭੇਵੋ। ਅਲਖ ਦਾ ਮਤਲਬ ਹੈ ਨਾ ਲਖਿਆ ਜਾਣ ਵਾਲਾ, ਅਭੇਵੋ ਜਿਹਦਾ ਭੇਦ ਨਹੀਂ ਜਾਣੇ। ਇਹ ਸਭ ਉਸ ਪਰਮਾਤਮਾ ਦੀ ਖੇਡ ਹੈ। ਤੁਸੀਂ ਆਪਣੇ ਮਨ ਹੱਥ ਨੂੰ, ਦੁਰਮਤ ਨੂੰ ਤਿਆਗ ਦਿਓ। ਤਿਆਗਣ ਦਾ ਮਤਲਬ ਹੈ ਛੱਡ ਦਿਓ। ਗੁਰੂ ਪਾਤਸ਼ਾਹ ਦਾ ਸਮੁੱਚਾ ਜੀਵਨ ਇਤਿਹਾਸ ਪੜ੍ਹ ਕੇ ਪਤਾ ਲੱਗਦਾ ਕਿ ਉੱਥੇ ਕਿਸ ਨੂੰ ਸਤਿਕਾਰ ਮਿਲਿਆ, ਜਿਸ ਨੇ ਆਪਾ ਗਵਾ ਦਿੱਤਾ, ਜਿਸ ਨੇ ਗੁਰੂ ਦੀ ਮੱਤ ਨੂੰ ਸਿਰ ਮੱਥੇ ਤੇ ਮੰਨਿਆ। ਤੋ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਭਾਈ ਦੁਰਮਤ ਤਿਆਗ ਲਾਹਾ ਕਿਛ ਲੇਵੋ, ਜੋ ਉਪਜੈ ਸੋ ਅਲਖ ਅਭੇਵੋ। ਚੌਥੇ ਪਦ ਵਿੱਚ ਕਹਿੰਦੇ ਜਦੋਂ ਆਪਣੀ ਗੁਰਮਤ ਧਾਰਨ ਕਰੋਗੇ, ਦੁਰਮਤ ਛੱਡੋਗੇ, ਸਮਝ ਆ ਜਾਏਗੀ। ਐਸਾ ਹਮਾਰਾ ਸਖਾ ਸਹਾਈ, ਐਸਾ ਇਹੋ ਜਿਹਾ ਹਮਾਰਾ ਸਾਡਾ ਸਖਾ ਮਿੱਤਰ ਸਹਾਈ ਸਹਾਇਤਾ ਕਰਨ ਵਾਲਾ। ਐਸਾ ਹਮਾਰਾ ਸਖਾ ਸਹਾਈ, ਗੁਰ ਹਰ ਮਿਲਿਆ ਭਗਤ ਦ੍ਰਿੜਾਈ। ਗੁਰੂ ਨੇ ਕਿਰਪਾ ਕੀਤੀ, ਗੁਰੂ ਨੇ ਹਰੀ ਨੂੰ ਸਾਖਸ਼ਾਤ ਕਰ ਦਿੱਤਾ ਤੇ ਆਖਿਆ ਜੇ ਜੀਵਨ ਦੀ ਸਫਲਤਾ ਚਾਹੀਦੀ ਤਾਂ ਭਗਤੀ ਕਰੋ। ਭਗਤ ਦ੍ਰਿੜਾਈ, ਤੇ ਭਗਤੀ ਤੇ ਤਾਂ ਹੀ ਹੋ ਸਕਦੀ ਜੇ ਅਸੀਂ ਉਹਦਾ ਹੁਕਮ ਮੰਨਾਂਗੇ। ਐਸਾ ਹਮਾਰਾ ਸਖਾ ਸਹਾਈ, ਗੁਰ ਹਰ ਮਿਲਿਆ ਭਗਤ ਦ੍ਰਿੜਾਈ। ਤੇ ਅਖੀਰ ਵਿੱਚ ਫੈਸਲਾ ਕੀ ਕੀਤਾ? ਗੁਰੂ ਨੇ ਆਖਿਆ ਯਾਦ ਰੱਖੋ, ਸਗਲੀ ਸੌਦੀ ਟੋਟਾ ਆਵੇ। ਜਿੰਨੇ ਤੁਸੀਂ ਹੋਰ ਦੁਨੀਆ ਦੇ ਸੌਦੇ ਵਿਹਾਰ ਕਰਦੇ ਉਹਨਾਂ ਵਿੱਚ ਤੇ ਘਾਟਾ ਪੈ ਸਕਦਾ, ਉਹਨਾਂ ਵਿੱਚ ਤੇ ਕਿਧਰੇ ਨਾ ਕਿਧਰੇ ਘਾਟੇ ਵਾਲੀ ਗੱਲ ਹੋ ਸਕਦੀ ਹੈ। ਪਰ ਜੇ ਤੁਸੀਂ ਪਰਮੇਸ਼ਰ ਦਾ ਨਾਮ ਜਪੋਗੇ ਕਦੇ ਘਾਟਾ ਨਹੀਂ ਪੈ। ਹਰ ਧਨ ਸੰਚੀਐ ਭਾਈ, ਜੇ ਹਲਤ ਪਲਤ ਹਰ ਹੋਏ ਸਿਖਾਈ। ਸਤ ਸੰਗਤੀ ਸੰਗ ਹਰ ਧਨ ਖਟੀਐ, ਹੋਰ ਥੈ ਹੋਰ ਤੋ ਪਾਏ। ਹਰ ਧਨ ਕਿਤੇ ਨ ਪਾਈ, ਹਰ ਧਨ ਕੋ ਚੱਕਾ ਨੇੜ ਨ ਆਵਈ। ਜਮ ਜਾਗਾਤੀ ਡੰਡ ਨ ਲਗਾਈ, ਸਾਖਤੀ ਪਾਪ ਕਰਕੇ ਬਿਖਿਆ ਧਨ ਸੰਚਿਆ। ਤਿਨਾ ਇੱਕ ਵਿਖ ਨਾਲ ਨ ਜਾਈ, ਐਸਾ ਹਮਾਰਾ ਸਖਾ ਸਹਾਈ। ਗੁਰ ਹਰ ਮਿਲਿਆ ਭਗਤ ਦ੍ਰਿੜਾਈ, ਸਗਲੀ ਸੌਦੀ ਟੋਟਾ ਆਵੇ।
ਨਾਨਕ ਰਾਮ ਨਾਮ ਮਨ ਭਾਵੇ। ਨਾਨਕ ਜੀ ਫਰਮਾਉਂਦੇ ਨੇ ਹੋਰ ਸਭ ਸੌਦਿਆਂ ਵਿੱਚ ਘਾਟਾ ਪੈ ਸਕਦਾ ਹੈ, ਘਾਟਾ ਹੁੰਦਾ ਹੈ, ਪਰ ਨਾਨਕ ਰਾਮ ਨਾਮ ਮਨ ਭਾਵੇ। ਮੇਰੇ ਮਨ ਨੂੰ ਤਾਂ ਰਾਮ ਦਾ ਨਾਮ ਚੰਗਾ ਲੱਗਦਾ, ਜਿਸ ਤੇ ਜਪਦੇ ਹਾਂ ਕਦੇ ਘਾਟਾ ਨਹੀਂ ਹੋ ਸਕਦਾ ਅਤੇ ਉਸ ਦੀ ਕਿਰਪਾ ਦ੍ਰਿਸ਼ਟੀ ਦੇ ਪਾਤਰ ਬਣਿਆ ਜਾ ਸਕਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।